ਹੈਲੋ एवरीवन। ਇਸ ਤੋਂ ਪਹਿਲਾਂ हमने ਵੀਡੀਓ ਲੈ ਕੇ ਆਏ ਸੀ ਜਿਸ 'ਚ ਮੈਂ ਫਾਰਮੈਟ ਐਕਸਪਲੇਨ ਕੀਤਾ ਸੀ ਕਿ ਤੁਸੀਂ ਬੋਥ ਵਿਊਜ਼ ਤੇ ਓਪੀਨੀਅਨ ਵਾਲੇ ਐਸੇ ਦਾ ਫਾਰਮੈਟ ਕਿਵੇਂ ਅਪਲਾਈ ਕਰਨਾ ਹੈ, ਕਿਵੇਂ ਤੁਸੀਂ ਉਸ ਫਾਰਮੈਟ ਨੂੰ ਹਰ ਐਸੇ ਲਈ ਯੂਜ਼ ਕਰ ਸਕਦੇ ਹੋ। ਤੇ ਅੱਜ ਮੈਂ ਉਸ ਐਸੇ ਬਾਰੇ ਐਕਸਪਲੇਨ ਕਰ ਰਹੀ ਹਾਂ ਜੋ ਮੈਂ ਕੁਐਸਚਨ ਲੈ ਕੇ ਚੱਲੀ ਸੀ ਉਹਦੇ ਵਿੱਚ ਕਿ ਉਹ ਕੁਐਸਚਨ ਨੂੰ ਕਿੱਦਾਂ ਆਪਾਂ ਆਈਡੀਆਜ਼ ਫਿਲ ਕਰਕੇ ਲਿਖ ਸਕਦੇ ਹਾਂ। ਉਸ ਤੋਂ ਬਿਨਾਂ ਉੱਦਾਂ ਦੇ ਜਿੰਨੇ ਵੀ ਐਸੇਸ ਆਉਣਗੇ, ਜਿੰਨੇ ਵੀ ਕੁਐਸਚਨਸ ਆਉਣਗੇ, ਤੁਸੀਂ ਉਹਨੂੰ ਆਪਣੇ ਆਪ ਹੀ ਆਈਡੀਆਜ਼ ਬਣਾ ਕੇ ਲਿਖ ਸਕਦੇ ਹੋ ਆਰਾਮ ਨਾਲ। ਫਾਰਮੈਟ ਸੇਮ ਰਹੂਗਾ। ਫਾਰਮੈਟ ਦੇ ਵਿੱਚੋਂ ਆਈਡੀਆਜ਼ ਨੇ ਉਹ ਕੁਐਸਚਨ ਦੇ ਅਕੋਰਡਿੰਗ ਚੇਂਜ ਹੁੰਦੇ ਨੇ। ਤਾਂ ਅੱਜ ਮੈਂ ਡਿਸਕਸ ਕਰਨ ਜਾ ਰਹੀ ਹਾਂ ਕਿ ਇੱਕ ਪਰਟੀਕੁਲਰ ਕੁਐਸਚਨ ਥਰੂ ਇਸ ਫਾਰਮੈਟ ਨੂੰ ਯੂਜ਼ ਕਰਦੇ ਹੋਏ ਕਿਵੇਂ ਆਈਡੀਆਜ਼ ਵੀ ਐਡ ਕਰ ਸਕਦੇ ਹਾਂ। तो क्वेश्चन की जो टाइप है वो है डिस्कस बोथ व्यूज एंड गिव योर ओपिनियन। तो आप स्टार्ट करते हैं। क्वेश्चन है अपना सम पीपल थिंक दैट पेरेंट्स आर रिस्पॉन्सिबल फॉर द चिल्ड्रंस बैड बिहेवियर, अदर्स सी दैट schools are responsible, discuss both views and give your opinion। बेसिकली साडा क्वेश्चन है। क्वेश्चन ਨੂੰ ਦੇਖਦੇ ਸਾਰੀ ਆਪਾਂ ਲਾਸਟ ਲਾਈਨ ਪੜ੍ਹੀ ਤੇ ਲਾਸਟ ਲਾਈਨ 'ਚ ਲਿਖਿਆ ਹੋਇਆ ਸੀ ਵੀ both views डिस्कस करो ਤੇ ਆਪਣਾ ਓਪੀਨੀਅਨ ਦਿਓ। ਇੱਥੋਂ ਹੀ ਕਲੀਅਰ ਹੋ ਗਿਆ ਵੀ ਇਹ ਟਾਈਪ ਇਸੀ ਟਾਈਪ ਦਾ ਹੈ। ਇਸ ਦਾ ਫਾਰਮੈਟ ਕੀ ਹੈ, ਕਿੱਦਾਂ ਤੁਸੀਂ ਇਸ ਨੂੰ ਲਿਖਣਾ ਹੈ ਤੇ ਕਿਸ ਫਾਰਮੈਟ ਵਿੱਚ ਤੁਸੀਂ ਆਪਣੇ ਆਈਡੀਆਜ਼ ਐਡ ਕਰ ਸਕਦੇ ਹੋ। ਉਹ ਮੈਂ ਪਹਿਲੀ ਵੀਡੀਓ ਪਾਈ ਸੀ ਕਿ ਉੱਚ ਐਕਸਪਲੇਨ ਕਰ ਚੁੱਕੀ ਹਾਂ। ਪਰ ਇਹਦੇ ਵਿੱਚ ਤੁਸੀਂ ਕੀ ਕਰੋਗੇ ਕਿ ਉਸ ਫਾਰਮੈਟ ਵਿੱਚ ਇਸ ਕੁਐਸਚਨ ਵਾਲੇ ਆਈਡੀਆਜ਼ ਕਿੱਦਾਂ ਫਿਲ ਕਰਕੇ ਪੂਰਾ ਐਸੇ ਲਿਖਣਾ ਹੈ। ਮੈਂ ਸਟਾਰਟ ਕਰਨ ਜਾ ਰਹੀ ਹਾਂ। मैं हाईलाइट करते हुए शुरू करूंगी। ये चीज मैं थोड़ा एक्सप्लेन करती सी पहला ही कि जिथे स्टार्टिंग हैगी है, स्टार्टिंग वाले विच आपां की करना हुंदा है कि जो पहली लाइन लिखनी हुंदी है कीवर्ड चूज करके लिखनी हुंदी है। ते कीवर्ड बेसिकली वही हुंदा है जो इस ऐसे दा जिथे इस ऐसे दा मेन फोकस हुंदा है। किहड़ी इशू बारे गल हो रही है, कोई क्राइम बारे गल हो रही है, कोई पॉपुलेशन बारे गल हो रही है, एडुकेशन, टूरिज्म, जिस भी चीज़ बारे गल हो रही है वो चीज़ कीवर्ड चकनी है। ਉਹਦੇ ਲਈ ਇੱਕ ਬੇਸਿਕ ਜਿਹਾ ਜਰਨਲ ਸੈਂਟੈਂਸ ਬਣਾਉਣਾ ਹੈ। ਜਿਵੇਂ ਉਰੇ ਆਪਣੇ ਕੋਲ ਜੋ ਸੀਗਾ ਉਹ ਹੈ ਚਿਲਡਰਨਸ ਬੈਡ ਬਿਹੇਵੀਅਰ। ਉਰੇ ਆਪਣੇ ਕੋਲ ਜੋ ਸੀ ਉਹ ਹੈ ਚਿਲਡਰਨਸ ਬੈਡ ਬਿਹੇਵੀਅਰ। ਓਕੇ, ਇਹ ਹੈ ਆਪਣਾ ਬੇਸਿਕਲੀ कीवर्ड। ਬਿਹੇਵੀਅਰ ਤੱਕ ਪੂਰਾ ਲਵਾਂਗੇ ਆਪਾਂ, ਠੀਕ ਹੈ। ਤੇ ਹੁਣ ਇਸ ਨੂੰ ਕਿੱਦਾਂ ਆਪਾਂ ਯੂਜ਼ ਕਰ ਸਕਦੇ, ਟਰਾਈ ਕਰਿਓ। ਜਿੰਨੇ ਵੀ ਸੋਸ਼ਲ ਇਸ਼ੂ ਦੀ ਗੱਲ ਹੋਵੇ, ਪੋਲੀਟੀਕਲ ਇਸ਼ੂ ਦੀ ਗੱਲ ਹੋਵੇ, ਕੋਈ ਇੱਦਾਂ ਦੀ ਪ੍ਰੋਬਲਮ ਦੀ ਗੱਲ ਹੋਵੇ ਜਿਹਦੇ ਨਾਲ ਆਪਾਂ ਜਿਹਨੂੰ ਆਪਾਂ ਕੰਪਲੈਕਸ ਬੋਲ ਕੇ ਯੂਜ਼ ਕਰ ਸਕਦੇ ਹਾਂ, ਉਹਦੇ ਲਈ ਆ ਸੈਂਟੈਂਸ ਹਰ ਇੱਕ ਲਈ ਸੇਮ ਰੱਖ ਲਓਗੇ। ਕੀ ਹੈ ਇਨ ਟੂਡੇਜ਼ ਬਿਜ਼ੀ ਮਾਡਰਨ ਵਰਲਡ। ਬਿਜ਼ੀ ਮਾਡਰਨ ਇਸ ਕਰਕੇ ਲਿਖ ਰਹੇ ਹਾਂ ਕਿਉਂਕਿ ਸਾਰੇ ਬਿਜ਼ੀ ਨੇ, ਸਾਰੇ ਦੀ ਲਾਈਫ ਮੋਡਰਨਾਈਜ਼ ਹੋ ਚੁੱਕੀ ਹੈ ਤੇ ਉਹਦੇ ਕਰਕੇ ਹੀ ਆ ਜਿਹੜੇ ਸੋਸ਼ਲ ਇਸ਼ੂਜ਼ ਹੋ ਰਹੇ ਨੇ, ਜਿਹੜੇ ਬੱਚਿਆਂ ਦੇ ਬਿਹੇਵੀਅਰਸ ਹੋ ਰਹੇ ਨੇ, ਸਭ ਕੁਝ ਉਹਦੇ ਕਰਕੇ ਹੀ ਚੇਂਜਿਸ ਆ ਰਹੇ। ਤਾਂ ਆਪਾਂ ਇੱਥੇ ਲਿਖਤਾ। ਨੈਕਸਟ ਤੁਸੀਂ ਲਿਖ ਸਕਦੇ ਹੋ ਕਿ ਮੇਨ ਬੇਸਿਕਲੀ ਕਿਸੇ ਚਿਲਡਰਨਸ ਬਿਹੇਵੀਅਰ, ਉਹ ਲਿਖਤਾ। ਫਿਰ ਤੁਸੀਂ ਲਿਖਤਾ ਹੈਜ਼ ਬਿਕਮ ਏ ਕੰਪਲੈਕਸ ਫਿਨੋਮੀਨਾ। ਇੱਕ ਗੱਲ ਹੋਰ ਰੱਖਿਓ ਦਿਮਾਗ 'ਚ ਵੀ ਇਹ ਜਿਹੜਾ ਹੈਜ਼ ਬਿਕਮ ਏ ਕੰਪਲੈਕਸ ਫਿਨੋਮੀਨਾ ਜਿੰਨਾ ਵੀ ਤੁਹਾਨੂੰ ਸੂਟ ਕਰਦਾ ਹੋਏਗਾ ਕਿ ਇਸ ਮੈਂ ਇਸ਼ੂ ਨਾਲ ਲਿਖ ਸਕਦਾ ਇਸ ਚੀਜ਼ ਨੂੰ, ਤੁਸੀਂ ਉਹਦੇ ਵਿੱਚ ਆ ਸੈਂਟੈਂਸ ਯੂਜ਼ ਕਰ ਲਿਓ। ਸਿਰਫ ਇੱਥੇ ਚੇਂਜਿਸ ਕਰਨੇ ਆ। ਸਿਰਫ ਤੁਸੀਂ ਇੱਥੇ ਚੇਂਜਿਸ ਕਰਨੇ ਆ ਚਿਲਡਰਨਸ ਬੈਡ ਬਿਹੇਵੀਅਰ ਤੇ। ਇਹ ਚਿਲਡਰਨਸ ਦਾ ਜੋ ਬਿਹੇਵੀਅਰ ਉਹ ਬੈਡ ਆ ਉਹਦੇ ਕਰਕੇ ਡਿਸਕਸ ਕਰ ਰਹੇ ਹਾਂ ਵਾਲਾ। ਜੇ ਤੁਸੀਂ ਮੰਨ ਲਓ ਕੋਈ ਕ੍ਰਾਈਮ ਆ ਗਿਆ, कोई पॉवर्टी आ गई, तो पॉवर्टी हैज बिकम ए कॉम्प्लेक्स फिनोमिना। ये कॉम्प्लेक्स इशू, फिनोमिना नहीं लिखना चाहते, इशू लिख दो। ਤੁਸੀਂ ਸਿੰਪਲ ਸੈਂਟੈਂਸ ਐਵੇਂ ਵੀ ਬਣਾ ਸਕਦੇ ਹੋ। ਬਾਕੀ ਤੁਹਾਨੂੰ ਕੋਈ ਹੋਰ ਅੱਛਾ ਜਨਰਲ ਸੈਂਟੈਂਸ ਮਿਲਦਾ ਤੁਸੀਂ ਉਹਨੂੰ ਵੀ ਬਣਾ ਸਕਦੇ ਹੋ। ਇਹ ਮੈਂ ਈਜ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਤੁਸੀਂ ਉਹ ਫਾਰਮੈਟ ਚੂਜ਼ ਕੀਤਾ ਹੈ ਜੋ ਹਰ ਇੱਕ ਐਸੇ ਲਈ ਜਿਸ ਲਈ ਕੁਝ ਨਹੀਂ ਲੱਭ ਰਿਹਾ ਉੱਥੇ ਯੂਜ਼ ਹੋ ਜਾਏਗਾ। ਫਿਰ ਨੈਕਸਟ ਮੈਂ ਕੀ ਕਿਹਾ ਸੀਗਾ, ਤੁਸੀਂ ਲਿਖਣਾ ਸਮ ਇੰਡੀਵਿਜੂਅਲਸ ਆਰਗਿਊ ਦੈਟ। ਤੁਸੀਂ ਇਹ ਲਿਖ ਲੈਣਾ ਫਾਰਮੈਟ ਚੋਂ। ਅੱਗੇ ਤੁਸੀਂ ਲਿਖਣਾ ਸੀ ਇਸ ਦਾ, ਇਸ ਨੂੰ ਰੀਵਰਡ ਕਰਕੇ। ਇੱਥੇ ਰੀਵਰਡ ਕਰਕੇ ਕਿਵੇਂ ਲਿਖਿਆ ਕਿ ਪੇਰੈਂਟਸ ਹੈਵ ਦ ਚੀਫ ਰਿਸਪੌਂਸਿਬਿਲਿਟੀ ਫॉर द बैड ਕੰਡਕਟ ਆਫ देयर चिल्ड्रन। ਸਾਰਾ ਕੁਝ ਮੈਂ ਚੇਂਜ ਕਰਤਾ। ਪੇਰੈਂਟਸ ਨੂੰ ਪੇਰੈਂਟਸ ਰੱਖਿਆ ਬਸ, ਉਸ ਤੋਂ ਬਿਨਾਂ ਰਿਸਪੌਂਸਿਬਲ ਦੀ ਜਗ੍ਹਾ ਤੇ ਮੈਂ ਚੀਫ ਰਿਸਪੌਂਸਿਬਿਲਿਟੀ ਲਿਖਤਾ। ਕੀ ਕਹਿ ਦੋ ਜਾਂ ਮੇਜਰ ਕਹਿ ਸਕਦੇ, ਮੇਜਰ ਰਿਸਪੌਂਸਿਬਿਲਿਟੀ। ਤੇ ਚਿਲਡਰਨਸ ਬੈਡ ਬਿਹੇਵੀਅਰ ਦੀ ਜਗ੍ਹਾ ਤੇ ਆਪਾਂ ਲਿਖਤਾ ਬੈਡ ਕੰਡਕਟ ਆਫ ਚਿਲਡਰਨ। ਆਪਾਂ ਰੀਵਰਡ ਵੀ ਕਰਤਾ ਤੇ ਸੈਂਟੈਂਸ ਵੀ ਲਿਖਤਾ।
ਫਿਰ ਮੈਂ ਲਿਖਿਆ ਸੀ ਤੁਸੀਂ ਦੂਜਿਆਂ ਦਾ ਲਿਖਣਾ ਕਿ ਦੂਜਿਆਂ ਕੀ ਆਰਗੂ ਕਰਦੇ ਆ, ਉਹਦੇ ਲਈ ਆਪਾਂ ਕੀਤਾ ਸੀ ਉਸ ਫਾਰਮੈਟ 'ਚ ਹਾਊਐਵਰ ਅਦਰਸ ਕਲੇਮ ਦੈਟ। ਇੱਥੇ ਤੱਕ ਤੁਸੀਂ ਉਹ ਫਾਰਮੈਟ ਚੱਕਿਆ। ਅੱਗੇ ਤੁਸੀਂ ਇੱਥੇ ਲਿਖਣਾ ਸੀਗਾ ਸੈਕਿੰਡ ਆਈਡੀਆ। ਸੈਕਿੰਡ ਜੋ ਮੇਜਰ ਟੌਪਿਕ ਡਿਸਕਸ ਹੋ ਰਿਹਾ ਉਹ ਕੀ ਹੈ, ਸਕੂਲਸ ਰਿਸਪੌਂਸੀਬਲ ਨੇ। ਇੱਥੇ ਲਿਖਤਾ ਸਕੂਲਸ ਰਿਸਪੌਂਸੀਬਲ ਦੀ ਜਗ੍ਹਾ ਤੇ ਲਿਖਤਾ ਆਪਾਂ ਸਕੂਲਸ ਆਰ ਟੂ ਬਲੇਮ। ਸਕੂਲਸ ਆਰ ਟੂ ਬਲੇਮ। ਸੈਂਟੈਂਸ ਮਤਲਬ ਸੇਮ ਰੱਖਿਆ, ਸੈਂਟੈਂਸ ਥੋੜਾ ਜਿਹਾ ਚੇਂਜ ਕਰਤਾ। ਇਹੀ ਧਿਆਨ ਰੱਖਣਾ ਐਸੇ ਕਰਨ ਲੱਗੇ ਤੁਸੀਂ ਗਲਤੀ ਨਾਲ ਵੀ ਇਹ ਸੇਮ ਚੀਜ਼ ਨਹੀਂ ਲਿਖਣੀ ਵੀ ਸਕੂਲਸ ਆਰ ਰਿਸਪੌਂਸੀਬਲ। ਕਾਪੀ ਪੇਸਟ ਨਹੀਂ ਕਰਨਾ। ਤੁਸੀਂ ਕੀ ਕਰਨਾ ਹੈ, ਇਸ ਨੂੰ ਰੀਵਰਡ ਕਰਨਾ ਹੈ। ਇੱਦਾਂ ਲੱਗੇ ਕਿ ਤੁਹਾਨੂੰ ਇੰਗਲਿਸ਼ ਵੱਧ ਆਉਂਦੀ ਹੈ, ਤੁਸੀਂ ਆਪਣੀ ਇੰਗਲਿਸ਼ ਯੂਜ਼ ਕਰ ਪਾ ਰਹੇ ਹੋ, ਤੁਹਾਨੂੰ ਉਹਨਾਂ ਦੀ ਇੰਗਲਿਸ਼ ਕਾਪੀ ਪੇਸਟ ਕਰਨ ਦੀ ਲੋੜ ਨਹੀਂ ਪੈ ਰਹੀ। ਤੁਸੀਂ ਉਹਨਾਂ ਤੋਂ ਬਿਨਾਂ ਵੀ ਕੁਝ ਵਰਡਸ ਜਾਣਦੇ ਹੋ, ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ। ਫਿਰ ਤੁਸੀਂ ਲਾਸਟ ਲਾਈਨ ਸਾਰੇ ਐਸੇ ਸੇਮ ਲਿਖ ਸਕਦੇ ਹੋ। ਜੇ ਤੁਹਾਨੂੰ ਵਿਊਜ਼ ਵਾਲਾ ਐਸੇ ਆਊਗਾ ਤੁਸੀਂ ਸਾਰੇ ਚਾਹੇ ਐਸੇ ਲਿਖ ਸਕਦੇ ਹੋ ਲਾਈਨ, ਦਿਸ ਸ਼ੋਰਟ ਐਸੇ ਵਿਲ ਐਕਸਪਲੋਰ ਬੋਥ ਪਰਸਪੈਕਟਿਵਸ ਐਂਡ ਦੈਨ ਆਫਰ ਏ ਪਰਸਨਲ ਵਿਊ ਪੁਆਇੰਟ। ਆ ਲਾਸਟ ਤੁਸੀਂ ਸਾਰੇ ਲਿਖ ਸਕਦੇ ਹੋ। ਔਰ ਇਹ ਵੀਡੀਓ ਦੇਖਣ ਤੋਂ ਪਹਿਲਾਂ ਫਾਰਮੈਟ ਜ਼ਰੂਰ ਦੇਖ ਲਿਓ। ਫਾਰਮੈਟ ਹੀ ਮੈਂ ਯੂਜ਼ ਕੀਤਾ। ਜਿੰਨਾ ਵੀ ਉਹਦੇ ਅੰਡਰਲਾਈਨ ਪਾਰਟ ਹੈ ਉਹ ਅੰਡਰਲਾਈਨ ਪਾਰਟ ਤੁਸੀਂ ਬੇਸਿਕਲੀ ਸਾਰੇ ਐਸਿਆਂ 'ਚ ਜਿੱਥੇ ਵਿਊਜ਼ ਤੇ ਓਪੀਨੀਅਨ ਪੁੱਛਿਆ ਹੋਊਗਾ ਲਗਾ ਸਕਦੇ ਹੋ। ਅੰਡਰਲਾਈਨ ਜਿੰਨੇ ਵੀ ਮੈਂ ਪਾਰਟ ਕੀਤਾ ਹੈ ਥੋੜਾ ਫਾਰਮੈਟ ਹੀ ਹੈ। ਪਿਛਲੀ ਵੀਡੀਓਜ਼ ਮੈਂ ਫਾਰਮੈਟ ਡਿਸਕਸ ਕੀਤਾ ਹੋਇਆ ਤੁਹਾਡਾ ਪੂਰਾ, ਉਹੀ ਚੀਜ਼ ਹੈ। ਉਸ ਤੋਂ ਨੈਕਸਟ ਜੋ ਪੈਰਾਗ੍ਰਾਫ ਹੈ ਉਹ ਬॉडी ਪੈਰਾਗ੍ਰਾਫਸ ਹੁੰਦੇ ਨੇ। ਪਹਿਲਾਂ ਇੰਟਰੋਡਕਸ਼ਨ ਲਿਖੀ, ਹੁਣ ਬॉडी ਪੈਰਾਗ੍ਰਾਫਸ ਹੈ। ਪਹਿਲਾ ਬॉडी ਪੈਰਾਗ੍ਰਾਫ 1 ਹੈ। ਇਹ 'ਚ ਕੀ ਲਿਖਿਆ ਹੈ ਕਿ देयर आर सेवरल रीजंस व्हाई सम इंडिविजुअल्स कंटेंड दैट। ਇਹ ਥੋੜਾ ਫਾਰਮੈਟ ਹੈ। ਹਰ ਐਸੇ 'ਚ ਤੁਸੀਂ ਇਹ ਚੀਜ਼ ਲਿਖਣੀ ਹੈ। ਜਦੋਂ ਵੀ ਵਿਊ ਪੁਆਇੰਟ ਆਇਆ, ਵਿਊ ਵਾਲਾ ਐਸੇ ਆਇਆ ਲਿਖਤਾ। ਅੱਗੇ ਤੁਸੀਂ ਲਿਖਣਾ ਹੈ ਪਹਿਲਾ ਰੀਜ਼ਨ, ਪਹਿਲੀ ਵਾਲੀ ਗੱਲ ਕਹਿਣੀ ਹੈ। ਪਹਿਲਾ ਕੀ ਸੀਗਾ, ਪੇਰੈਂਟਸ ਰਿਸਪੌਂਸੀਬਲ ਨੇ। ਤੁਸੀਂ ਵੈਸੇ ਇੱਥੇ ਮੈਂ ਸੇਮ ਹੀ ਲਿਖਿਆ, ਪੇਰੈਂਟਸ ਆਰ ਰਿਸਪੌਂਸੀਬਲ। ਤੁਸੀਂ ਚੇਂਜ ਵੀ ਕਰ ਸਕਦੇ ਹੋ, ਇਟ ਇਜ਼ ਦ ਰਿਸਪੌਂਸਿਬਿਲਿਟੀ, ਇਟ ਇਜ਼ ਡਿਊ ਟੂ देयर ਪੇਰੈਂਟਸ, ਇੱਦਾਂ ਲਿਖ ਸਕਦੇ ਹੋ। ਇਟ ਇਜ਼ ਵੀ ਨਾ ਲਿਖੋ, ਤੁਸੀਂ ਲਿਖੋ ਮਿਸਕੰਡਕਟ ਆਫ ਚਿਲਡਰਨ ਇਜ਼ ਡਿਊ ਟੂ देयर ਪੇਰੈਂਟਸ। ਇੱਥੇ ਇੱਦਾਂ ਵੀ ਲਿਖ ਸਕਦੇ ਹੋ, ਮਿਸਕੰਡਕਟ ਆਫ ਚਿਲਡਰਨ ਇਜ਼ ਡਿਊ ਟੂ देयर ਪੇਰੈਂਟਸ। ਇੱਥੇ ਵਾਲੇ ਨੂੰ ਇੱਦਾਂ ਬਣਾ ਲਿਓ। ਫਿਰ ਲਿਖੋ ਇਟ ਸੀਮਸ ਤੋਂ ਬਾਅਦ ਅੱਗੇ ਕੀ ਲਿਖਣਾ, ਅਨਡਿਨਾਏਬਲ ਦੈਟ। ਇਹ ਥੋੜਾ ਫਾਰਮੈਟ ਹੈ, ਅੰਡਰਲਾਈਨ ਵਾਲਾ ਫਾਰਮੈਟ ਪਾਰਟ ਹੈ। ਅੱਗੇ ਤੁਸੀਂ ਐਕਸਪਲੇਨ ਕਰਨੇ 3 ਰੀਜ਼ਨ ਤੁਸੀਂ ਕਿਉਂ ਪੇਰੈਂਟਸ ਨੂੰ ਰਿਸਪੌਂਸੀਬਲ ਕਹਿੰਦੇ ਹੋ। ਪਹਿਲਾ ਰੀਜ਼ਨ ਆਪਾਂ ਲਿਖ ਰਿਹਾ ਕਿ ਜਿਹੜੇ ਪਹਿਲੇ ਸਾਲ ਹੁੰਦੇ ਬੱਚੇ ਦੇ ਫਾਰਮੈਟਿਵ ਈਅਰਸ ਹੁੰਦੇ ਨੇ, ਆਪਣੀ ਮਤਲਬ ਬੱਚੇ ਦੇ ਤੋਂ ਪਹਿਲੇ ਵਾਲੇ ਈਅਰ ਹੁੰਦੇ, ਉਹ ਬੱਚਾ ਹਮੇਸ਼ਾ ਆਪਣੇ ਪੇਰੈਂਟਸ ਨਾਲ ਬਿਤਾਉਂਦਾ ਤੇ ਉਹਦੇ ਵਿੱਚ ਹੀ ਬਹੁਤ ਸੀ ਚੀਜ਼ਾਂ ਸਿੱਖਦਾ ਹੈ। ਤੇ ਇਸ ਕਰਕੇ ਆਪਾਂ ਕਹਿ ਸਕਦੇ ਕਿ ਪੇਰੈਂਟਸ ਦਾ ਵੀ ਰਿਸਪੌਂਸਿਬਿਲਿਟੀ ਹੈ। ਪੇਰੈਂਟਸ ਦੇ ਵੀ ਰੀਜ਼ਨ ਹੋ ਸਕਦੇ ਉਹਦੇ ਬੈਡ ਬਿਹੇਵੀਅਰ ਕਰਕੇ, ਕਿਉਂਕਿ ਫਾਰਮੈਟਿਵ ਈਅਰਸ ਦੇ ਵਿੱਚ ਉਹ ਪੇਰੈਂਟਸ ਦੀ ਕੰਪਨੀ 'ਚ ਹੁੰਦਾ ਹੈ। ਸੋ ਲਿਖ ਕੇ ਆਪਾਂ ਆਪਣਾ ਆਰਗੂਮੈਂਟ ਨੂੰ ਸਪੋਰਟਿੰਗ ਆਈਡੀਆ ਦੇ ਰਿਹਾ। ਸਪੋਰਟਿੰਗ ਆਈਡੀਆ ਬਿਕॉज ਲਿਖ ਕੇ ਵੀ ਕਰ ਸਕਦੇ, 100 ਲਿਖ ਕੇ ਜਾਂ ਇਸ ਤੋਂ ਬਾਅਦ ਆਪਾਂ ਪੇਰੈਂਟਸ, ਇਹ ਤੋਂ ਬਾਅਦ ਤੁਸੀਂ therefore hence ਕੁਝ ਵੀ ਲਿਖ ਕੇ ਆਪਣਾ ਬਣਾ ਸਕਦੇ ਹੋ। ਨੈਕਸਟ ਤੁਸੀਂ ਇਹ ਤੋਂ ਬਾਅਦ ਕੀ ਲਿਖਤਾ, ਸੋ whatever they learn during this period becomes their standard behavior। ਜੋ ਉਹਨੇ ਬਚਪਨ ਸਿੱਖ ਲਿਆ ਹੋ ਸਕਦਾ ਕਿ ਉਹਦਾ ਸਟੈਂਡਰਡ ਬਿਹੇਵੀਅਰ ਬਣਨਾ ਸ਼ੁਰੂ ਹੋ ਜਾਏ, ਉਹਨੂੰ ਇਰੀਟੇਟ ਰਹਿਣ ਦੀ ਆਦਤ ਪੈ ਜਾਏ, ਉਹਨੂੰ ਡਿਸਰਿਸਪੈਕਟ ਕਰਨ ਦੀ ਆਦਤ ਪੈ ਜਾਏ। ਸੋ ਫਾਰਮੈਟਿਵ ਈਅਰ ਪਹਿਲਾ ਰੀਜ਼ਨ ਹੋ ਗਿਆ ਆਪਣਾ ਕਿ ਫਾਰਮੈਟਿਵ ਈਅਰ ਬੱਚਾ ਪੇਰੈਂਟਸ ਨਾਲ ਬਿਤਾਉਂਦਾ ਹੈ, ਉਹਦੇ ਕਰਕੇ ਵੀ ਉਹਨੂੰ ਆਦਤ ਪੈ ਜਾਂਦੀ ਹੈ। ਫਿਰ ਲਿੰਕ ਟੂ ਦਿਸ ਇਜ਼ ਦ ਫੈਕਟ ਦੈਟ। ਇਹ ਥੋੜਾ ਫਾਰਮੈਟ ਦੀ ਸੈਕਿੰਡ ਜੋ ਚੀਜ਼ ਸੀ ਮੈਂ ਉਹ ਲਿਖੀ ਸੀ, ਅੰਡਰਲਾਈਨ ਵਾਲਾ ਪਾਰਟ। ਇਹ ਤੁਸੀਂ ਹਰ ਐਸੇ ਚੂਜ਼ ਕਰ ਸਕਦੇ ਹੋ। ਪੂਰੇ ਸੈਕਿੰਡ ਆਈਡੀਆ ਲਿਖੋਗੇ, ਸੈਕਿੰਡ ਰੀਜ਼ਨ ਲਿਖੋਗੇ ਕਿ ਪੇਰੈਂਟਸ ਕਿਉਂ ਰਿਸਪੌਂਸੀਬਲ ਹੈ। ਯੰਗ ਵਨ ਹੁੰਦੇ ਉਹ ਇਮੈਜਿਨ ਕਰਦੇ ਕਿ ਉਹਦੇ ਜਿਹੜੇ ਮਦਰ ਤੇ ਫਾਦਰ ਹੈ, ਪੇਰੈਂਟਸ ਨੂੰ ਮੈਂ ਸਿਨੋਨਿਮ ਬਣਾ ਲਿਆ, ਮਦਰ ਤੇ ਫਾਦਰ ਹੈ, ਉਹਨਾਂ ਦੇ ਰੋਲ ਮਾਡਲਸ ਹੁੰਦੇ। ਜਿਵੇਂ ਪੇਰੈਂਟਸ ਕਰਨਗੇ ਕਹਿੰਦੇ ਅਸੀਂ ਤਾਂ ਉਦਾਂ ਹੀ ਕਰਨਾ, ਅਸੀਂ ਤਾਂ ਇਮੀਡੀਏਟ ਕਰਾਂਗੇ ਉਹਨਾਂ ਨੂੰ। ਅੱਗੇ ਕਿ ਮੈਂ ਲਿਖ ਵੀ ਦਿੱਤਾ, ਐਜ਼ ਏ ਰਿਜ਼ਲਟ ਮਾਡਲ ਹੋਣ ਕਰਕੇ ਉਹ ਇਮੀਟੇਟ ਕਰਦੇ। ਜਿਵੇਂ ਕਈ ਵਾਰ ਆਪਾਂ ਕਹਿੰਦੇ ਟੀਵੀ ਤੇ ਬੱਚਾ ਕਾਰਟੂਨ ਦੇਖਦਾ, ਜਿਵੇਂ ਉਹ ਕਾਰਟੂਨ ਨੂੰ ਦੇਖਦਾ ਉਹ ਵੀ ਉਹ ਕਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਸ਼ਿਨਚੈਨ ਆਇਆ ਉਹ ਸ਼ਿਨਚੈਨ ਹੀ ਕਰਨ ਦੀ ਕੋਸ਼ਿਸ਼ ਕਰਦਾ। ਉੱਦਾਂ ਹੀ ਇੱਦਾਂ ਹੁੰਦਾ ਕਿ ਜੇ ਪੇਰੈਂਟਸ ਨੂੰ ਉਹ ਦੇਖਦਾ ਕਿ ਉਹ ਆਪਸ 'ਚ ਲੜ ਰਹੇ ਨੇ, ਆਪਸ 'ਚ ਸਹੀ ਬਿਹੇਵ ਨਹੀਂ ਕਰ ਰਹੇ, ਉੱਦਾਂ ਹੀ ਉਹ ਕਾਪੀ ਕਰ ਲੈਂਦਾ। ਆਪਾਂ ਇੱਥੇ ਲਿਖ ਸਕਦੇ ਹਾਂ ਕਿ ਹਾਂ ਉਹ ਉਹਨੂੰ ਇਮੈਜਿਨ ਕਰਦਾ ਰੋਲ ਮਾਡਲ ਲਈ, ਇਸ ਕਰਕੇ ਉਹਨੂੰ ਇਮੀਟੇਟ ਕਰਦਾ, ਉਹਦੀ ਨਕਲ ਲਗਾਉਂਦਾ ਤੇ ਉਹੀ ਉਹਨੂੰ ਆਦਤ ਪੈਣੀ ਸ਼ੁਰੂ ਹੋ ਜਾਂਦੀ ਹੈ ਅੱਗੇ। ਉਹਨੂੰ ਨਹੀਂ ਪਤਾ ਕਿ ਐਕਸ਼ਨਸ ਰੋਂਗ ਹੈ ਜਾਂ ਰਾਈਟ ਹੈ, ਪਰ ਉਹ ਤਾਂ ਇਮੀਟੇਟ ਕਰੂਗਾ, ਉਹਨੇ ਤਾਂ ਸੇਮ ਕਾਪੀ ਕਰਨਾ ਹੈ। ਨੈਕਸਟ ਵਾਟ ਇਜ਼ ਮੋਰ ਵਿੱਚ ਆਪਾਂ ਤੀਸਰਾ ਰੀਜ਼ਨ ਦੇਣਾ। ਤੀਸਰਾ ਰੀਜ਼ਨ ਪੇਰੈਂਟਸ ਕਿਉਂ ਰਿਸਪੌਂਸੀਬਲ ਹੈ, ਕਿਉਂਕਿ ਡਿਊ ਟੂ ਦੇयर ਬਿਜ਼ੀ ਸ਼ੈਡਿਊਲਸ। ਅੱਜ ਕੱਲ੍ਹ ਦੇ ਜੋ ਪੇਰੈਂਟਸ ਆ ਉਹ ਇੰਨੇ ਬਿਜ਼ੀ ਸਕੈਡਿਊਲਸ ਨੇ, ਮਦਰ ਵੀ ਜੌਬ ਕਰ ਰਹੀ, ਫਾਦਰ ਵੀ ਜੌਬ ਕਰ ਰਿਹਾ, ਉਹਨਾਂ ਕੋਲ ਟਾਈਮ ਨਹੀਂ ਹੈ ਆਪਣੇ ਬੱਚੇ ਨੂੰ ਟਾਈਮ ਦੇਣ ਦਾ, ਉਹਨੂੰ ਟ੍ਰੇਨ ਕਰਨ ਦਾ ਗੁੱਡ ਬਿਹੇਵੀਅਰ ਲਈ। ਤਾਂ ਤੀਸਰਾ ਰੀਜ਼ਨ ਤੁਸੀਂ ਇਹ ਐਕਸਪਲੇਨ ਕਰ ਸਕਦੇ ਹੋ ਕਿ ਇਸ ਕਰਕੇ ਵੀ ਉਹ ਆਪਣੇ ਪੇਰੈਂਟਸ ਜੋ ਬੱਚਿਆਂ ਦੇ ਪੂਰਾ ਟਾਈਮ ਨਹੀਂ ਦੇ ਪਾਉਂਦੇ, ਤਾਂ ਵੀ ਉਹਨਾਂ ਦੇ ਬੱਚਿਆਂ ਦੇ ਵਿੱਚ ਲੈਕ ਆਫ ਡਿਸਿਪਲਿਨ ਕਹਿ ਸਕਦੇ ਹੋ, ਜਾਂ ਮਿਸਕੰਡਕਟ ਹੋ ਸਕਦਾ ਹੈ, ਜਾਂ ਬੈਡ ਬਿਹੇਵੀਅਰ ਹੋ ਸਕਦਾ ਹੈ। ਉਹਨਾਂ ਵਿੱਚ ਇਹ ਚੀਜ਼ ਆਮ ਦੇਖੀ ਜਾਂਦੀ ਹੈ, ਡਿਸਰਿਸਪੈਕਟ ਕਰਦੇ ਹਰ ਇੱਕ ਦੀ।
बाकी एक अद्धी लाइन तुसी अपने अकॉर्डिंग ऐड करनी है, कोई फैक्ट ऐड करना है, कोई सर्वे ऐड करना है। सर्वे की हुंदा है कि जो पिछले सालां च कोई इदां दा कोई सर्वे होया जिस च चिल्ड्रन दे बैड बिहेवियर नूं स्टडी कीता कि हाँ इन्ने परसेंट लोकां ने भी कही सी ये चीज़ कि पेरेंट्स ने करके ये चीज़ होई है, वो चीज़ सर्वे किते भी लिख सकदे हो। पर वो सर्वे गप्पां नहीं मारनियां, वो सर्वे तुसी नैट तो चकना है। जे तुहानूं लगदा है कि सही है तुसी ओनूं अपनी कॉपी ते लिख लिया करो, किते ना किते की पता ऐसे यूज़ हो सके। नेक्स्ट है थर्ड जो लिखना है, जो एक्चुअल जो बॉडी पैराग्राफ 2 है ऐसे दे अकॉर्डिंग जो थर्ड पैराग्राफ है वो ਉਹਦੀ ਸਟਾਰਟਿੰਗ ਕਿਦਾਂ ਲਿਖਣੀ ਹੈ, although it can probably be agreed that ਇੱਥੇ ਤੱਕ ਤੁਹਾਡਾ ਬਣ ਗਿਆ ਫਾਰਮੈਟ। ਇਹ ਹਰ ਐਸੇ ਚ ਲਿਖ ਦੋਗੇ agreed that ਤੱਕ। that ਤੋਂ ਬਾਅਦ ਤੁਸੀਂ ਕੀ ਲਿਖੋਗੇ, ਹਾਂ ਵੀ ਆਪਾਂ ਕਿੰਨੇ ਵੀ ਪੇਰੈਂਟਸ ਤਾਂ ਰਿਸਪੌਂਸਿਬਲ ਹੈ, ਪਰ ਜਿਹੜੇ ਦੂਜੇ ਲੋਕ ਮੰਨਦੇ ਨੇ ਵੀ ਸਕੂਲ ਰਿਸਪੌਂਸਿਬਲ ਹੈ ਉਹਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ। ਲਿਖਾਂਗੇ ਪੇਰੈਂਟਸ ਦਾ ਰਿਸਪੌਂਸਿਬਲ ਹੈ ਜਾਂ ਇਟ ਇਜ਼ ਦ ਰਿਸਪੌਂਸਿਬਿਲਿਟੀ ਆਫ ਦ ਪੇਰੈਂट्स। मैं ना थोड़ा चेंजेस करना चाहनी हूँ क्योंकि बार बार ये रिपीट हो रहे वर्ड, ਆਪਾਂ नहीं चाहते कि अपने वर्ड्स रिपीट हों। ਤੁਸੀਂ ਇੱਥੇ ਲਿਖੋ ਇੱਥੇ ਲਿਖੋ इट इज या इट इज नहीं, इट लिख दो चिल्ड्रंस bad conduct can be नहीं या फिर can be due to, एक बारी सेम लिख दो, एक बारी थोड़ा चेंज कर दो due to parents। ਨੂੰ समझ आई गया होगा। मैं ਤੁਹਾਨੂੰ ਸਿਰਫ ਇੰਨਾ ਹੀ ਗੱਲ ਕਹਿਣਾ ਚਾਹ ਰਹੀ ਹਾਂ ਕਿ ਆਪਣੀ ਆਈਡੀਆ ਸਿੱਧਾ ਤੇ ਲਿਖੋ ਵੀ ਤੁਹਾਡੇ ਐਸੇ ਜਦੋਂ ਤੁਹਾਡਾ ਕੋਈ ਐਸੇ ਵੀ ਪੜ੍ਹੇ ਤੁਹਾਡੇ ਐਸੇ ਚ ਰੈਪੀਟੇਸ਼ਨ ਥੋੜੀ ਘੱਟ ਆ ਜੇ ਤੁਸੀਂ ਇਹਨੂੰ ਕੱਟ ਕੇ ਇਦਾਂ ਲਿਖ ਲਿਓ, ਚਿਲਡਰਨਸ ਬੈਡ ਕੰਡਕਟ ਕੈਨ ਬੀ ਡਿਊ ਟੂ ਪੇਰੈਂਟਸ। ਅੱਗੇ ਕੀ ਲਿਖੋਗੇ, ਇਹਨੂੰ ਉੱਥੇ ਕੱਟ ਦੋ, ਜਾਂ ਤਾਂ ਇਦਾਂ ਲਿਖ ਦੋ। ਇੱਕ ਵਾਰ ਤੁਸੀਂ ਰੋਂਗ ਡੀਡ ਵਰਡ ਯੂਜ਼ ਕਰ ਲਿਓ ਕਿਤੇ ਨਾ ਕਿਤੇ, ठीक है। रोंग डीड भी यूज कर सकते हो, इतने बैड कंडक्ट की जगह ते ही चाहे रोंग डीड्स लिख दियो। चिल्ड्रंस इतने कॉमा पाके एस पाना है, गलती ध्यान रखो। चिल्ड्रंस इतने लिख दियो रोंग डीड्स कैन बी ड्यू टू देयर पेरेंट्स, देयर भी लिख दो, ठीक है, देयर भी लिख लियो इतने। चिल्ड्रंस रोंग डीड्स कैन बी ड्यू टू देयर पेरेंट्स बट The role of schools can't be ignored। ਇਹ ਥੋੜਾ ਪੂਰਾ ਸੈਂਟੈਂਸ ਬਣਾਉਣਾ, ਥੋੜਾ ਦੇਖ ਲਿਓ ਕਿ ਜਿੱਥੇ ਵੀ ਤੁਹਾਨੂੰ ਲੱਗਿਆ ਰੈਪੀਟੇਸ਼ਨ ਆਈ ਤੁਸੀਂ ਆਪਣੇ ਆਪ ਹੀ ਉਹਨੂੰ ਮੋਲਡ ਜਾਂ ਕਰਕੇ ਕੁਝ ਥ੍ਰੈਟਿੰਗ ਕਰਨੀ ਹੈ। ਤੁਹਾਨੂੰ ਆਪ ਹੀ ਕਲੀਅਰ ਹੋ ਜਾਣਾ ਵੀ ਮੈਂ ਐਸੇ ਰੈਪੀਟੇਸ਼ਨ ਇਸ਼ੂ ਕਰਨੀ, ਥੋੜੇ ਐਸੇ ਚ ਕੁਝ ਵੀ ਹੋਣਾ ਹੋਵੇ। ਜਦੋਂ ਥੋੜਾ ਐਸੇ ਕਿਸ ਨੇ ਪੜ੍ਹਨਾ ਹੈ ਤਾਂ ਉਹਨੂੰ ਇਹ ਨਾ ਲੱਗੇ ਵੀ ਇਹ ਰੈਪੀਟੇਸ਼ਨ ਕਰੀ ਜਾਂਦਾ ਬਾਰ-ਬਾਰ। ਕਦੇ ਬੈਡ ਕੰਡਕਟ ਲਿਖ ਦੋ, ਕਦੇ ਮਿਸਕੰਡਕਟ ਲਿਖ ਦੋ, ਕਦੇ ਬੈਡ ਬਿਹੇਵੀਅਰ ਲਿਖ ਦੋ, ਕਦੇ ਬਿਹੇਵਸ ਲਿਖ ਦੋ, ਕਦੇ ਰੋਂਗ ਡੀਡ ਲਿਖ ਦੋ, ਕਦੇ ਰੋਂਗ ਐਕਸ਼ਨਸ ਲਿਖ ਦੋ। इदा करके अगे फॉरमोस्ट अमंग द रीजनस, हुण आपां दसना कि स्कूल क्यों रिस्पॉन्सिबल है। स्कूल क्यों रिस्पॉन्सिबल है क्योंकि स्कूल वही प्लेस है जिथे टीनेजर्स मॉरल वैल्यूज लर्न करते हैं, जिथे एक बच्चा सारे एटिकेट, सारे डिसिप्लिन, सारे मॉरल वैल्यूज इदा दे वर्ड यूज कर लियो। हुण किते किते नहीं भी यूज होए तुसीं अपने आप ही ऐड कर लियो, जिवें एटिकेट्स लिख सकदे हो, ठीक है, लिख सकदे मॉरल वैल्यू, डिसिप्लिन, डिसिप्लिन भी बच्चा स्कूल जाके ही सीखदा है, किद्दां बिहेव करना है बाकियां नाल, सोशली किद्दां इंटरैक्शन करनी है वो भी स्कूल जाके सीखदा है। ये चीज़ां लिख सकदे हो। मॉरल वैल्यूज ना सोशल बिहेवियर लिखते होते, वेयर टीनेजर्स लर्न मॉरल बिहेवियर एंड सोशल एंड गेट सोशली डिवेल्प्ड अगे है देयरफॉर इनका सपोर्टिंग आइडिया दवांगे। इफ अ चाइल्ड स्टिल बिहेव्स पुअरली, विच स्कूल जाके भी वो पुअरली बिहेव कर रहे हैं, मतलब इट इज सेफ टू अज्यूम दैट स्कूल इज नॉट परफॉर्मिंग देयर ड्यूटीज। अगर पेरेंट्स ने फॉर्मेटिव ईयर्स अपनी रिस्पॉन्सिबिलिटी नहीं निभाई तो स्कूल भी अपनी रिस्पॉन्सिबिलिटी नहीं निभा पा रहा। ਆਪਾਂ ਕਹਿੰਦੇ ਨੇ कि ਆਪਾਂ जानवर ਨੂੰ भी इंसान बना सकते हैं कि जे ਉਹਨੂੰ ਆਪਾਂ ਉਹਦੇ ਤੇ वर्क करिए, ਉਹਨੂੰ इंसान ਨੂੰ सिखाइए किद्दां किद्दां करना जानवर ਨੂੰ। जिवें ਆਪਾਂ ਕਹਿੰਦੇ कि डॉग्स ਹੁੰਦੇ ਨੇ, डॉग्स कई बारी
ਇੱਦਾਂ ਹੁੰਦਾ ਕਿ ਤੁਸੀਂ ਉਹਨੂੰ ਸਿਟ ਕਹੋਗੇ ਸਿਟ ਕਰਦਾ, ਸਟੈਂਡ ਕਹੋਗੇ ਸਟੈਂਡ, ਮਤਲਬ ਆਪਾਂ ਜਾਨਵਰ ਨੂੰ ਵੀ ਇਨਸਾਨ ਬਣਾ ਸਕਦੇ ਹਾਂ। ਤਾਂ ਜੇ ਕੋਈ ਬੱਚਾ ਮਿਸਬਿਹੇਵ ਕਰ ਰਿਹਾ ਸਕੂਲ ਜਾ ਕੇ, ਕਿਆ ਪਤਾ ਉਹ ਠੀਕ ਹੋ ਜਾਣ, ਜੇ ਸਕੂਲ ਵਾਲੇ ਅੱਛਾ ਆਪਣੀ ਰਿਸਪੌਂਸਿਬਿਲਿਟੀਜ਼ ਕਰ ਰਹੇ ਨੇ ਤਾਂ ਉਹਨੂੰ ਐਕਸਪਲੇਨ ਕਰ ਦਿਓ ਆਪਣੇ ਵਰਡ ਦੇ ਵਿੱਚ। ਅੱਗੇ ਤੁਸੀਂ ਲਿਖਣਾ ਵਾ ਟੂ ਐਡ ਟੂ ਦੈਟ, ਇਹ ਵੀ ਤੁਹਾਡਾ ਸੇਮ ਆ ਗਈ ਚੀਜ਼। ਟੂ ਐਡ ਟੂ ਦੈਟ ਤੁਹਾਡਾ ਕੀ ਬਣ ਗਿਆ, ਇਹਦਾ सेम फॉर्मेट बन गया, हर एक ऐसे चूज होना टू ऐड टू दैट। इन एडिशन लिख लो, एडिशनली लिख दो, मोर ओवर लिख दो, हाउएवर लिख दो, हेंस लिख दो, कुछ भी लिख सकते हो, कनेक्टर्स नहीं जो मर्जी लगा सकते हो। पहला रीजन फॉरमोस्ट दी फॉर्म च लिखा, दूजा रीजन टू ऐड टू दैट करके लिखता, तीसरा रीजन जो आप लिखांगे वो आप अगे एडिशन के नाल भी लिख सकते हैं। मैं वैसे दो ही एक्सप्लेन किए क्योंकि ਆਪਾਂ पेरेंट्स ਨੂੰ ਵੀ ਕਿਹਾ ਰਿਸਪੌਂਸੀਬਲ, ਆਪਾਂ ਉਹਨੂੰ ਵੀ ਕਿਹਾ ਹੁਣ ਤੁਹਾਡੇ ਕੋਲ ਜਿੰਨੇ ਆਈਡੀਆਜ਼ ਨੇ, ਹੋ ਸਕਦਾ ਕਿ ਤੁਹਾਡੇ ਕੋਲ ਇੱਕ ਦੇ 3 ਆਈਡੀਆਜ਼ ਹੋਣ, ਇੱਕ ਦੇ 2 ਆਈਡੀਆਜ਼ ਹੋਣ, 2 ਰੀਜ਼ਨਸ ਹੋਣ, ਤੇ ਆਪਣੇ ਉਹਦੇ ਅਕੋਰਡਿੰਗ ਆਂਸਰ ਕਰ ਸਕਦੇ। ਇਹ 'ਚ ਮੈਂ 2 ਹੀ ਮੇਨਲੀ ਰੀਜ਼ਨ ਐਕਸਪਲੇਨ ਕੀਤੇ। ਦੂਜੀ ਗੱਲ ਕਿ ਜਿਹੜੇ ਐਕੈਡੈਮਿਕ ਇੰਸਟੀਟਿਊਸ਼ਨਸ ਹੁੰਦੇ ਨੇ ਉਹ ਹਾਈਲੀ ਕੰਪੀਟੀਟਿਵ ਹੁੰਦੇ ਨੇ, ਹਾਈਲੀ ਕੰਪੀਟੀਟਿਵ ਇਨਵਾਇਰਨਮੈਂਟ ਹੁੰਦਾ ਉੱਥੇ, ਤੇ ਬੱਚੇ ਜਿਹੜੇ ਹੁੰਦੇ ਨੇ ਜੇ पोलाइट ਰਹਿਣਗੇ ਕਹਿੰਦੇ ਉੱਥੇ ਐਂ ਲੱਗਦਾ ਕਿ ਇਹ ਵੀਕਨੈਸ ਹੈ, ਇਹ ਵੀਕ ਹੈ ਬੱਚਾ, ਚੁੱਪਚਾਪ ਹੀ ਰਹਿੰਦਾ ਤਾਂ पोलाइट ਹੀ ਰਹਿੰਦਾ। ਉਹ ਸਾਈਨ ਆਫ ਵੀਕਨੈਸ ਹੋਣ ਕਰਕੇ ਬੱਚੇ ਕੀ ਕਰਦੇ ਹੈ, ਉਹ ਇਮੈਜਿਨ ਕਰਨਾ ਸ਼ੁਰੂ ਕਰਦੇ ਨੇ ਕਿ ਸਾਰੇ ਉਹਦੇ ਕੰਪੀਟੀਟਰਸ ਨੇ ਤੇ ਸਭ ਨੂੰ ਹੇਟ ਕਰਨ ਲੱਗਦੇ ਨੇ, ਸਭ ਨੂੰ ਹੇਟਰਡ ਦੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਨੇ। ਉਹਦੇ ਕਰਕੇ ਵੀ ਉਹਦਾ ਬਿਹੇਵੀਅਰ ਥੋੜਾ ਐਰੋਗੈਂਟ ਜਿਹਾ ਹੋ ਜਾਂਦਾ ਹੈ। ਐਰੋਗੈਂਟ ਵਰਡ ਯੂਜ਼ ਕਰ ਲਿਓ, ਇੱਕ ਨਵਾਂ ਵਰਡ ਵਧੀਆ ਵੀ ਲੱਗਦਾ ਐਰੋਗੈਂਟ, ਤੇ ਉਹਦਾ ਬਿਹੇਵੀਅਰ ਐਰੋਗੈਂਟ ਹੋ ਜਾਂਦਾ ਹੈ। ARROGANT एरोगेंट यूज कर लियो, ठीक है। उस तो बिना कंपटीशन फ्रस्ट्रेशन होंदी है, फ्रस्ट्रेटेड रहंदे ने हर टाइम, कंपटीशन च इन्ना खो जाते हैं कि वो फ्रस्ट्रेटेड रहना शुरू कर देंगे। ये वर्ड्स यूज कर लियो अपने विच, ठीक है। डिसरिस्पैक्ट यूज कर लियो, कितना किते हुंदा होया, क्योंकि डिसरिस्पैक्ट भी बैड बिहेवियर च आ जांदा। एटिकेट्स क्या था मैं, एटिकेट्स यूज कर लियो, ठीक है। ਹੁਣ मैं सारे लिख नहीं रही, ਤੇ मैं ਤੁਹਾਨੂੰ अलग तो भी दस ਦਾਂਗੀ, ਜੇ ਕਿਸੇ ਲੋੜੇ ਮੈਂ ਪੁੱਛ ਲੈਣਾ अलग कोई भी वर्ड ਜਿਹੜੇ ਵੀ ਬੈਡ ਬਿਹੇਵੀਅਰ ਹੋ ਸਕਦੇ ਹੋ ਆਪਾਂ ਇੱਕ ਸ਼ਾਰਟ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹੋ। ਆਪਣੀ ਵੋਕੈਬਲਰੀ ਅੱਛੀ ਦਿਖਦੀ ਹੈ ਉਹਨਾਂ ਨੂੰ ਵੀ ਹਾਂ ਇਹਨਾਂ ਨੂੰ ਇੰਨੇ ਅੱਛੇ ਵੋਕੈਬਲਰੀ ਦੇ ਵਰਡਸ ਕੀ ਆਉਂਦੇ ਨੇ, ਇਹ ਨਹੀਂ ਕਿ ਬਾਰ-ਬਾਰ ਬੈਡ ਬਿਹੇਵੀਅਰ ਬੋਲੀ ਜਾਂਦੇ। ਬੈਡ ਬਿਹੇਵੀਅਰ ਪਤਾ ਇਹਨਾਂ ਨੂੰ ਵੀ ਕੀ ਹੁੰਦਾ, ਠੀਕ ਹੈ। ਤੁਸੀਂ ਦੂਜਾ ਰੀਜ਼ਨ ਐਕਸਪਲੇਨ ਕਰਤਾ, ਲਾਸਟ ਤੇ ਦੇਣਾ ਕੰਕਲੂਜਨ ਦੀ ਸਟਾਰਟਿੰਗ ਕਰਨ ਦੀ ਉਹੀ ਤੁਸੀਂ ਇੱਥੇ ਲਿਖਣਾ ਹੈ। ਇੱਥੇ ਆਈ ਥਿੰਕ ਇਹ ਚੀਜ਼ ਮਿਸਿੰਗ ਹੈ, ਮੈਂ ਟਾਈਪ ਕਰਨਾ ਰਹਿ ਗਿਆ ਮੇਰਾ। ਇੱਥੇ ਲਿਖ ਦਿਓ ਇਨ ਕੰਕਲੂਜਨ। ਇਹ ਵਾਰ ਟਾਈਪ ਕਰਦੇ ਹੋਏ ਇੱਕ ਅੱਧੀ ਚੀਜ਼ ਰਹਿ ਜਾਂਦੀ ਹੈ ਤਾਂ ਮੈਨੂੰ ਜਦੋਂ ਮੈਂ ਬੋਲ ਰਹੀ ਹੁੰਦੀ ਹਾਂ ਉਸ ਟਾਈਮ ਉਹ ਚੀਜ਼ ਯਾਦ ਹੁੰਦੀ ਤਾਂ ਮੈਂ ਇਹਨੂੰ ਐਡ ਔਨ ਕਰ ਦਿੰਦੀ ਹਾਂ। ਟਰਾਈ ਕਰਿਆ ਕਰੋ ਇੱਕ ਵਾਰੀ ਪੂਰੀ ਵੀਡੀਓ ਸੁਣ ਕੇ ਉਹਨੂੰ ਨੋਟਸ ਬਣਾਇਆ ਕਰੋ ਆਪਣੇ। In conclusion, from what has been discussed above, both arguments are logical and offer relevant support। ਇਹ ਚੀਜ਼ ਹਰ ਐਸੇ ਚੀਜ਼ ਹੋਣੀ ਹੈ ਤੱਕ, ਓਕੇ। ਇਹ ਫਾਰਮੈਟ ਹੈ, ਜਦੋਂ ਵੀ ਵਿਊਜ਼ ਵਾਲਾ ਐਸੇ ਹੈ ਇਦਾਂ ਲਿਖ ਦਿਓ ਕਿ ਹਾਂ ਦੋਨੋਂ ਹੀ ਰੀਜ਼ਨ ਸਹੀ ਨੇ ਤੇ ਸਪੋਰਟ ਵੀ ਹੈ, ਆਪਾਂ ਕਰਦੇ ਦੋਨੋਂ ਰੀਜ਼ਨਸ ਨੂੰ। ਪਰ ਪਰਸਨਲੀ ਜੇ ਆਪਾਂ ਆਪਣਾ ਓਪੀਨੀਅਨ ਦੇਣਾ ਤਾਂ ਆਪਾਂ ਕਹਾਂਗੇ ਪਰਸਨਲੀ I believe both parents and school play a significant role in shaping youngsters' personality। ਦੋਨਾਂ ਦਾ ਹੀ ਇਕੁਅਲ ਰੋਲ ਹੈ ਪਰਸਨੈਲਿਟੀ ਦੇ। They must work together to ensure that children grow up into responsible and well-behaved। ਓਕੇ, ਦੋਨਾਂ ਦੀ ਹੀ ਰਿਸਪੌਂਸਿਬਿਲਿਟੀ, ਦੋਨੋਂ ਇਕੱਠੇ ਹੋ ਕੇ ਹੀ ਕੰਮ ਕਰਨਗੇ ਤਾਂ ਹੀ ਚੱਲੂਗਾ। ਇਹ ਨਹੀਂ ਆਪਾਂ ਕਹਿਣਾ ਵੀ ਉਹਦੀ ਰਿਸਪੌਂਸਿਬਿਲਿਟੀ, ਦੋਨੋਂ ਹੀ ਇਕੁਅਲੀ ਰਿਸਪੌਂਸਿਬਲ, ਦੋਨੋਂ ਹੀ ਉਹਨਾਂ ਦੇ ਮਤਲਬ ਪਰਸਨੈਲਿਟੀ ਨੂੰ ਸ਼ੇਪ ਕਰਨ 'ਚ ਸਿਗਨੀਫਿਕੈਂਟ ਪਾਰਟ प्ले करते हैं, रोल प्ले करते हैं। तो आई थिंक थोड़ा बहुत क्लियर होना शुरू हो गया होगा फॉर्मेट ਦੇ ਵਿੱਚ ਆਈਡੀਆਜ਼ ਕਿਵੇਂ ਫਿਲ ਕਰ ਸਕਦੇ ਹੋ ਤੇ ਕਿਵੇਂ ਅੱਛੀ ਵੋਕੈਬਲਰੀਜ਼, ਅੱਛੇ ਵਰਡਸ ਤੁਸੀਂ ਗੇਨ ਕਰਨੇ ਆ। ਔਰ ਟਰਾਈ ਕਰਿਓ ਜਿਹੜੇ ਮੈਂ ਵਰਡ ਵਿੱਚ ਲਿਖੇ ਨੇ ਨਾ, ਇਹ ਐਸੇ ਦੇ ਪਹਿਲਾਂ ਹੀ ਲੱਭ ਕੇ ਨੈਟ ਤੋਂ ਲਿਖਿਆ ਕਰੋ। ਐਸੇ ਪੜਿਆ, ਐਸੇ ਨੈਟ ਤੇ ਸਰਚ ਕੀਤਾ, ਉਹਦੇ ਜਿੰਨੇ ਵੀ ਤੁਹਾਨੂੰ ਅੱਛੇ ਵਰਡ ਲਿਖੇ ਨਾ ਉਹਨੂੰ ਲਿਖ ਕੇ ਆਪਣੀ ਉਹ ਚੂਜ਼ ਕਰਿਆ ਕਰੋ। ਇਹਨੂੰ ਟ੍ਰਿਕ ਬਣਾਓ ਆਪਣੀ। ਕੋਈ ਵੀ ਰਾਈਟਿੰਗ ਦੇ 5 ਵੀ ਐਸੇ ਲਿਖਦੇ ਪਏ ਤਾਂ 5 ਦੇ 5 ਐਸੇ ਇੱਕ ਵਾਰ ਗੂਗਲ ਕਰਨੇ ਹੀ ਕਰਨੇ ਆ, 8 ਬੈਂਡ ਜਾਂ 9 ਬੈਂਡ ਵਾਲੇ। ਉਹ ਐਸੇ 'ਚ ਹਮੇਸ਼ਾ ਆਪਾਂ ਨੂੰ 5-6 ਲਾਈਨਸ ਅੱਛੀਆਂ ਮਿਲ ਜਾਂਦੀਆਂ ਨੇ, 10-15 ਵੋਕੈਬਲਰੀ ਵਰਡਸ ਮਿਲ ਜਾਂਦੇ ਨੇ। ਉਹ ਚੀਜ਼ ਤੇ ਤੁਸੀਂ ਆਪਣੇ ਐਸੇ 'ਚ ਲਗਾਉਣੀ ਸ਼ੁਰੂ ਕਰਤੀ, ਕਿਤੇ ਨਾ ਕਿਤੇ ਯੂਜ਼ ਹੁੰਦੀ ਹੈ, ਹਮੇਸ਼ਾ ਹਰ ਐਸੇ 'ਚ ਉਹ ਯੂਜ਼ ਹੋ ਜਾਂਦੀ ਹੈ। ਉਹਦੀ ਡਾਇਰੀ ਤੇ ਨੋਟਸ ਬਣਾ ਲਿਆ ਕਰੋ ਵੀ ਇਹ ਮੈਨੂੰ 3 ਚੀਜ਼ਾਂ ਨਵੀਆਂ ਮਿਲੀਆਂ ਤੇ ਮੈਂ ਇਹਨੂੰ ਨੋਟ ਕਰਕੇ ਅਗਲੀ ਵਾਰ ਯੂਜ਼ ਕਰਨੀਆਂ ਨੇ ਜਾਂ ਇਸ ਐਸੇ 'ਚ ਯੂਜ਼ ਕਰਨੀਆਂ ਨੇ। ਇੱਕ ਦੋ ਵਾਰ ਯੂਜ਼ ਕਰ ਲਓਗੇ, ਤੁਹਾਨੂੰ ਆਦਤ ਪੈ ਨਹੀਂ, ਤੁਹਾਨੂੰ ਵਰਡ ਯਾਦ ਰਹਿ ਜਾਣੇ ਵੀ ਇਹ ਤਾਂ ਮੈਂ ਯੂਜ਼ ਕੀਤਾ ਨਹੀਂ, ਮੈਂ ਕਰੂੰਗਾ, ਇਹ ਕਰੂੰਗਾ।
ਇਹਦੇ ਨਾਲ ਤੁਹਾਡੀ ਆਪਣੇ ਆਪ ਹੀ ਬੈਂਡਸ ਇੰਪਰੂਵਮੈਂਟ ਹੋ ਜਾਂਦੀ ਹੈ। ਤੁਹਾਡੇ 7.5 ਬੈਂਡਸ ਰਾਈਟਿੰਗ 'ਚੋਂ ਕਿਤੇ ਨਹੀਂ ਜਾਂਦੇ। ਅਗਰ ਤੁਸੀਂ ਗੂਗਲ ਵੀ ਕਰ ਰਹੇ ਹੋ, ਨੋਟਸ ਵੀ ਬਣਾ ਰਹੇ ਹੋ, ਵੋਕੈਬਲਰੀ ਰੋਜ਼ ਦੀ ਐਡ ਵੀ ਕਰ ਰਹੇ ਹੋ, ਆਪਣੇ ਮਾਈਂਡ 'ਚ ਸਿਨੋਨਿਮ ਤਿਆਰ ਕਰ ਰਹੇ ਹੋ ਤੇ ਐਸੇ ਨੂੰ ਪ੍ਰੋਪਰ ਫਾਰਮੈਟ ਵਿੱਚ ਪਾ ਕੇ ਲਿਖ ਰਹੇ ਹੋ ਤਾਂ। ਸੋ ਥੈਂਕ ਯੂ ਐਵਰੀਵਨ। ਇੱਥੇ ਮੈਂ ਆਪਣੀ ਵੀਡੀਓ ਖਤਮ ਕਰਨੀ ਜਾ ਰਹੀ ਹਾਂ। ਥੈਂਕ ਯੂ ਐਵਰੀਵਨ, ਥੈਂਕ ਯੂ ਫॉर ਵਾचिंग। ਇਸ ਤੋਂ ਬਿਨਾ ਮੈਂ ਟਾਈਪ 1 ਦੇ ਪਹਿਲਾਂ ਪਾ ਚੁੱਕੀ ਹਾਂ, ਤੁਸੀਂ ਉਹ ਜ਼ਰੂਰ ਦੇਖਣਾ। ਟਾਈਪ 2 ਮੈਂ ਤੁਹਾਡਾ ਡਿਸਕਸ ਕੀਤੀ ਆ। टाइप 3 एंड 4 भी मैं वीडियोस लेके आऊँगी थोड़ी कि वो किवें अटैम्प्ट करते हैं। थैंक यू फॉर वॉचिंग दिस वीडियो।